गुरु प्यारिओ, वाहिगुरु जी का खालसा, वाहिगुरु जी की फतेह। दास ਗਿਆਨੀ ਸਰਵਣ ਸਿੰਘ ਯੂਕੇ ਦੇ ਕਵੈਂਟਰੀ ਸ਼ਹਿਰ ਤੋਂ ਆਪ ਜੀ ਨੂੰ ਮੁਖਾਤਬ ਕਰ ਰਿਹਾ ਹੈ। ਅੱਜ ਆਪਾਂ ਜ਼ਾਹਰ ਪੀਰ ਜਗਤ ਗੁਰ ਬਾਬਾ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਆਗਮਨ ਵੇਲੇ ਦੇ ਪ੍ਰਕਾਸ਼ ਵੇਲੇ ਦੇ ਹਾਲਾਤਾਂ ਬਾਰੇ ਕੁਝ ਸੰਖੇਪ ਵਿੱਚ ਵਿਚਾਰ ਕਰਨੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 22ਵੀਂ ਪੌੜੀ ਵਿੱਚ ਉਚੇਚੇ ਤੌਰ ਤੇ ਉਸ ਹਾਲਾਤ ਦਾ ਵਰਣਨ ਕੀਤਾ ਹੈ ਜੋ ਉਸ ਵੇਲੇ ਸੀ। ਭਾਈ ਸਾਹਿਬ ਕਹਿੰਦੇ ਨੇ, ਚਾਰੇ ਜਾਗੇ ਚੌਂ ਜੁਗੀ ਪੰਜ ਆਇਣ ਪ੍ਰਭ ਆਪੇ ਹੋਆ, ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਆ। ਤੇ ਅੱਗੇ ਉਹ ਹਾਲਾਤ ਪ੍ਰਾਰੰਭ ਕਰਦੇ ਨੇ। ਬਾਜ ਗੁਰੂ ਗੁਬਾਰ ਹੈ, ਖੈ ਖੈ ਮਰਦੇ ਬਹੁ ਬਿਦ ਲੋਆ। ਦੁਨੀਆ ਦੇ ਲੋਕ ਗੁਰੂ ਤੋਂ ਸਖਣੇ ਹੋਣ ਕਰਕੇ, ਗੁਰੂ ਵਿਹੂਣੇ ਹੋਣ ਕਰਕੇ ਅੰਧੇਰ ਘੁੱਪ ਵਿੱਚ ਵਿਚਰ ਰਹੇ ਨੇ। ਮਾਨੋ ਕਾਲੀ ਬੋੜੀ ਰਾਤ ਹੈ, ਮੱਸਿਆ ਦੀ ਰਾਤ ਹੈ, ਘੁੱਪ ਹਨੇਰਾ ਹੈ, ਆਪਣਾ ਹੱਥ ਵੀ ਪਸਾਰਿਆ ਹੋਇਆ ਦਿਖਾਈ ਨਹੀਂ ਦਿੰਦਾ। ਇਹ ਤਾਂ ਬਾਹਰ ਦੀ ਉਦਾਹਰਣ ਹੈ। ਗੱਲ ਮਨੁੱਖ ਦੇ ਅੰਦਰ ਦੀ ਵੀ ਕਰਨੀ ਹੋਵੇ, ਮਿਸਾਲਾਂ ਸਾਨੂੰ ਉਹ ਦੇਣੀਆਂ ਪੈਂਦੀਆਂ ਨੇ ਜਿਹੜੀਆਂ ਸਮਾਜ ਵਿੱਚ ਆਮ ਦਿਖਾਈ ਦਿੰਦੀਆਂ ਹੋਣ। ਤੇ ਹਨੇਰੀ ਰਾਤ ਅਕਸਰ ਮੱਸਿਆ ਦੀ ਹੋਇਆ ਕਰਦੀ ਹੈ, ਅਮਾਵਸ ਦੀ ਹੁੰਦੀ ਹੈ, ਤੇ ਸਭ ਤੋਂ ਚਾਨਣੀ ਰਾਤ ਪੂਰਨਮਾਸ਼ੀ ਦੀ ਹੋਇਆ ਕਰਦੀ ਹੈ, ਜਿਸ ਦਿਨ ਚੰਦਰਮਾ ਪੂਰਨ ਹੁੰਦਾ ਹੈ। ਜਦੋਂ ਮਨੁੱਖ ਦੀ ਅੰਦਰੂਨੀ ਅਵਸਥਾ ਦਾ ਬਿਆਨ ਕਰਨਾ ਸੀ, ਭਾਈ ਸਾਹਿਬ ਨੇ ਉਦੋਂ ਵੀ ਇਉਂ ਆਖਿਆ ਕਿ ਬਾਜ ਗੁਰੂ ਗੁਬਾਰ ਹੈ। ਗੁਰੂ ਸੰਸਾਰ ਨੂੰ ਰੌਸ਼ਨੀ ਦਿੰਦਾ ਹੈ ਨਿਰੰਕਾਰ ਦੀ, ਤੇ ਗੁਰੂ ਦੇ ਚਾਨਣ ਵਿੱਚ, ਗੁਰੂ ਦੇ ਗਿਆਨ ਵਿੱਚ ਰੌਸ਼ਨੀ ਤਾਂ ਹੈ ਹੀ, ਪਰ ਨਾਲ ਠੰਡਕ ਵੀ ਹੈ। ਉਹ ਹਰ ਤਪਸ਼ ਨੂੰ ਖਤਮ ਕਰਨ ਵਾਲੀ ਹੈ। ਜਿਵੇਂ ਚੰਦਰਮਾ ਤੋਂ ਚਾਨਣੀ ਆਵੇ ਤੇ ਉਸ ਵਿੱਚ ਠੰਡਕ ਨਾਲ ਹੋਵੇ, ਉਹ ਸੂਰਜ ਤੋਂ ਲੈ ਕੇ ਧਰਤੀ ਤੇ ਭੇਜ ਰਿਹਾ ਹੈ। ਸਤਿਗੁਰੂ ਸੰਸਾਰ ਤੇ ਚਾਨਣ ਵੰਡਦਾ ਹੈ, ਪਰ ਉਸ ਵਿੱਚ ਸੀਤਲਤਾ ਹੈ ਰੱਬੀ। ਉਹ ਚਾਨਣ ਨਿਰੰਕਾਰ ਦਾ ਚਾਨਣ ਹੈ। ਤੇ ਉਸ ਤੋਂ ਬਿਨਾਂ ਗੁਰੂ ਤੋਂ ਟੁੱਟੇ ਹੋਏ ਮਨੁੱਖ, ਗੁਰੂ ਵਿਹੂਣੇ ਇਨਸਾਨ ਅੰਧੇਰੇ ਵਿੱਚ ਵਿਚਰ ਰਹੇ ਸਨ। ਅੰਧੇਰੇ ਵਿੱਚ ਵਿਚਰਨ ਦਾ ਸਬੂਤ ਕੀ ਹੈ? ਜਦ ਅਸੀਂ ਥਾਂ ਥਾਂ ਠੋਕਰਾਂ ਖਾਈਏ, ਰੱਸੀ ਨੂੰ ਸੱਪ ਜਾਣ ਕੇ ਡਰਦੇ ਫਿਰੀਏ ਤੇ ਸੱਪ ਨੂੰ ਰੱਸੀ ਜਾਣ ਕੇ ਹੱਥ ਪਾ ਬੈਠੀਏ, ਇਹ ਹਨੇਰੇ ਅੰਦਰ ਵਰਤਣ ਵਾਲੀਆਂ ਘਟਨਾਵਾਂ ਨੇ। ਤੇ ਮਨੁੱਖ ਸੰਸਾਰ ਵਿੱਚ ਇਉਂ ਹੀ ਵਿਚਰ ਰਿਹਾ ਸੀ। ਸੱਪ ਨੂੰ ਰੱਸੀ ਜਾਣ ਕੇ ਹੱਥ ਵਿੱਚ ਫੜੀ ਬੈਠਾ, ਮਾਇਆ ਦੇ ਮੋਹ ਵਿੱਚ ਗਲਤਾਨ, ਅੰਧੇਰੇ ਵਿੱਚ ਸੁੱਝਦਾ ਕੁਝ ਨਹੀਂ। ਰੋਜ਼ ਸਾਹਮਣੇ ਸੰਸਾਰ ਤੋਂ ਜੀਵ ਜਾ ਰਹੇ ਨੇ, ਇਸ ਨੂੰ ਫਿਰ ਵੀ ਆਪਣਾ ਚੇਤਾ ਨਹੀਂ ਆਉਂਦਾ। ਹਰ ਸੰਤ ਭਗਤ ਢੰਡੋਰਾ ਦਿੰਦਾ ਹੈ ਕਿ ਕਣ ਕਣ ਵਿੱਚ ਪਰਮਾਤਮਾ ਵਸਦਾ ਹੈ, ਓਮਨੀ ਪ੍ਰੈਜ਼ੈਂਟ ਹੈ, ਲੇਕਿਨ ਇਸ ਬੰਦੇ ਨੂੰ ਫਿਰ ਨਹੀਂ ਦਿਸਦਾ। ਇਹ ਅੰਧੇਰੇ ਦੀਆਂ ਤੇ ਅੰਧੇ ਹੋਣ ਦੀਆਂ ਨਿਸ਼ਾਨੀਆਂ ਨੇ। ਦੋਵੇਂ ਲਫ਼ਜ਼ ਇੱਕੋ ਹੀ ਧਾਤੂ ਤੋਂ ਬਣੇ ਹੋਏ ਨੇ, ਅੰਧੇਰਾ ਵੀ ਤੇ ਅੰਧਾ ਵੀ। ਤੇ ਸਤਿਗੁਰੂ ਜੀ ਨੇ ਬਾਣੀ ਵਿੱਚ ਉਸ ਮਨੁੱਖ ਨੂੰ ਅੰਨਾ ਹੀ ਆਖਿਆ ਹੈ, ਜਿਹੜਾ ਮਨੁੱਖ ਕਣ ਕਣ ਦੇ ਵਾਸੀ ਨੂੰ ਵੀ ਦੇਖ ਨਾ ਸਕੇ। ਅੰਨੇ ਉਹ ਨਹੀਂ ਜਿਨ੍ਹਾਂ ਦੀਆਂ ਅੱਖਾਂ ਨਹੀਂ। ਸਤਿਗੁਰੂ ਜੀ ਦਾ ਤਾਂ ਫਰਮਾਨ ਹੈ, ਅੰਧੇ ਇਹ ਨ ਆਖੀਨ ਜਿਨ ਮੁਖ ਲੋਇਣ ਨਾਹੇ, ਅੰਧੇ ਸੇਈ ਨਾਨਕਾ ਖਸਮੋਂ ਕੁੱਥੇ ਜਾਏ।
ਜੋ ਮਾਲਕ ਤੋਂ ਟੁੱਟੇ ਹੋਏ ਨੇ। ਅੰਧੇਰੇ ਵਿੱਚ ਅੰਧੇ ਲੋਕ ਵਿਚਰ ਰਹੇ ਨੇ, ਬਾਝੋਂ ਗੁਰੂ ਕਾਰਨ ਇੱਕ ਹੈ। ਜੇ ਚੰਦਰਮਾ ਨਾ ਆਕਾਸ਼ ਤੇ ਹੋਵੇ ਤਾਂ ਰਾਤ ਹਨੇਰੀ ਹੋਵੇਗੀ। ਬਾਝ ਗੁਰੂ ਗੁਬਾਰ ਹੈ, ਖੈ ਖੈ ਮਰਦੇ ਬਹੁ ਬਦਲੋ। ਆਪਸ ਵਿੱਚ ਖਹਿੰਦੇ ਫਿਰਦੇ ਨੇ, ਟਕਰਾ ਰਹੇ ਹਨ। ਜਦੋਂ ਵੀ ਮਜ਼ਹਬਾਂ ਨੂੰ ਮੰਨਣ ਵਾਲੇ ਲੋਕ ਆਪਸ ਵਿੱਚ ਟਕਰਾਉਂਦੇ ਦਿਖਾਈ ਦੇਣ, ਇੱਕ ਦੂਜੇ ਦੀ ਤੋਹੀਨ ਕਰਨ ਤੇ ਉਤਾਰੂ ਹੋ ਜਾਣ, ਵਿਚਾਰ ਦੇ ਥਾਂ ਤਕਰਾਰਾਂ ਵਿੱਚ ਪੈ ਜਾਣ, ਉਸ ਵੇਲੇ ਸਮਝ ਲੈਣਾ ਚਾਹੀਦਾ ਹੈ ਇਹਨਾਂ ਪਾਸ ਰੋਸ਼ਨੀ ਨਹੀਂ, ਚਾਨਣ ਨਹੀਂ। ਤੇ ਜਦੋਂ ਚਾਨਣ ਨਹੀਂ, ਅੰਧੇਰੇ ਵਿੱਚ ਤਾਂ ਇੱਕ ਦੂਜੇ ਨਾਲ ਖਹਿਣਗੇ ਹੀ। ਵਰਤਿਆ ਪਾਪ ਜਗਤ ਤੇ ਧੌਲ ਉਡੀਣਾ ਨਿਸ ਦਿਨ ਰੋਆ। ਸੰਸਾਰ ਉੱਤੇ ਪਾਪ ਦਾ ਪਸਾਰਾ ਫੈਲ ਗਿਆ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਧੌਲ, ਧੌਲ ਦਾ ਅਰਥ ਹੁੰਦਾ ਹੈ ਚਿੱਟਾ, ਧਰਮ ਚਿੱਟਾ ਹੈ। ਇਥੋਂ ਅਸੀਂ ਬੜਾ ਭੁਲੇਖਾ ਖਾਦਾ ਹੈ ਕਿ ਸ਼ਾਇਦ ਧਰਤੀ ਦੇ ਹੇਠ ਕੋਈ ਚਿੱਟਾ ਬੈਲ ਹੈ, ਉਸਨੇ ਸਿੰਘਾਂ ਤੇ ਜ਼ਮੀਨ ਚੁੱਕੀ ਹੋਈ ਹੈ। ਤੇ ਕਈ ਲੋਕ ਆਖਦੇ ਸਨ ਜਦ ਇੱਕ ਸਿੰਘ ਤੋਂ ਦੂਜੇ ਤੇ ਕਰਦਾ ਹੈ ਤਾਂ ਭੁਚਾਲ ਆ ਜਾਂਦੇ ਨੇ। ਅਗਰ ਐਸਾ ਹੋਵੇ ਤਾਂ ਫਿਰ ਸਾਰੀ ਧਰਤੀ ਤੇ ਭੁਚਾਲ ਇੱਕੋ ਵੇਲੇ ਆਉਣਾ ਚਾਹੀਦਾ ਹੈ। ਦੂਜੀ ਗੱਲ ਹੈ, ਜੇ ਧਰਤੀ ਨੂੰ ਸੰਭਾਲਣ ਲਈ ਬੈਲ ਦੀ ਜ਼ਰੂਰਤ ਹੈ ਤੇ ਫਿਰ ਬੈਲ ਕਾਹਦੇ ਸਹਾਰੇ ਤੇ ਖੜੋਤਾ ਹੈ? ਇਹ ਤਾਂ ਕਹਾਣੀ ਇਉਂ ਮੁੱਕੇਗੀ ਹੀ ਨਹੀਂ। ਧਰਮ ਦਾ ਧੌਲ ਹੈ, ਚਿੱਟਾ ਹੈ ਧੌਲ ਧਰਮ ਦਇਆ ਕਪੂਤ। ਜੇ ਦਇਆ ਹੋਵੇ ਤਾਂ ਉਸ ਵਿੱਚੋਂ ਧਰਮ ਪੈਦਾ ਹੁੰਦਾ ਹੈ। ਦਇਆ ਧਰਮ ਦੀ ਮਾਂ ਹੈ। ਤੇ ਜਿੱਥੇ ਤੁਸੀਂ ਵੇਖੋ ਨਾ, ਬਹੁਤ ਪ੍ਰਪੰਚ ਧਰਮ ਦਾ ਹੋਵੇ ਪਰ ਦਇਆ ਨਾ ਹੋਵੇ, ਪੱਕਾ ਜਾਣਨਾ ਜਿੱਥੇ ਦਇਆ ਨਹੀਂ ਉੱਥੇ ਧਰਮ ਨਹੀਂ। ਲੋਕ ਦਇਆ ਤੋਂ ਖਾਲੀ ਹੋ ਗਏ, ਇੱਕ ਦੂਜੇ ਦਾ ਹੱਕ ਖੋਣ ਲੱਗ ਪਏ ਤੇ ਧਰਮ ਦਾ ਧੌਲ ਮਾਨੋ ਦਿਨ ਰਾਤ ਪੁਕਾਰਾਂ ਕਰ ਰਿਹਾ ਹੈ ਕਿ ਕੋਈ ਧਰਮੀ ਪੁਰਸ਼ ਸੰਸਾਰ ਤੇ ਧਰਮ ਦਾ ਪ੍ਰਚਾਰ ਕਰੇ ਤੇ ਇਸ ਪਾਪ ਨੂੰ ਮਿਟਾਵੇ। ਵਰਤਿਆ ਪਾਪ ਜਗਤ ਤੇ ਧੌਲ ਉਡੀਣਾ ਨਿਸ ਦਿਨ ਰੋਆ। ਜਿਸ ਵੇਲੇ ਹਾਲਤ ਇਸ ਤਰ੍ਹਾਂ ਦੀ ਬਣ ਜਾਏ ਤਾਂ ਫਿਰ ਬਾਝ ਦਇਆ ਬਲਹੀਣ ਹੋ। ਧਰਮ ਦੇ ਅੰਦਰ ਤਾਕਤ ਕਿੱਥੋਂ ਰਹੇਗੀ ਜੇ ਦਇਆ ਹੀ ਨਾ ਹੋਵੇ। ਅਵਸਥਾ ਸੰਸਾਰ ਦੀ ਇਹ ਸੀ ਕਿ ਦੁਨੀਆ ਅੰਦਰੋਂ ਧਰਮ ਖੰਭ ਲਾ ਕੇ ਉੱਡ ਗਿਆ ਸੀ। ਨਿੱਘਰ ਚੱਲੇ ਰਸਾਤਲ ਟੋਆ। ਫਿਰ ਇਹ ਖੜਾ ਬੇਨਤੀਆਂ ਕਰਦਾ ਹੈ। ਇਹ ਕੋਈ ਬੈਲ ਬੇਨਤੀਆਂ ਨਹੀਂ ਸੀ ਕਰ ਰਿਹਾ, ਇਹ ਕੇਵਲ ਧਰਮ ਦਾ ਧੌਲ ਪਰਮਾਤਮਾ ਨੂੰ ਪੁਕਾਰ ਰਿਹਾ ਸੀ। ਨਿੱਘਰ ਚੱਲੇ ਰਸਾਤਲ ਟੋਆ, ਖੜਾ ਇੱਕ ਤੈ ਪੈਰ ਤੇ ਪਾਪ ਸੰਗ ਬਹੁ ਭਾਰਾ ਹੋਆ। ਤੇ ਕਾਰਨ ਕਿਉਂਕਿ ਗੁਰੂ ਨਹੀਂ, ਗਿਆਨ ਨਹੀਂ, ਤੇ ਗਿਆਨ ਵੀ ਹੋਣੇ ਮਨੁੱਖ ਅੰਧੇ ਵੀ ਹੋ ਗਏ ਤੇ ਅੰਧੇਰੇ ਵਿੱਚ ਵੀ ਭਟਕਦੇ ਨੇ, ਵਹਿਮਾਂ ਦੀ ਦੁਨੀਆ ਵਿੱਚ ਫਸ ਗਏ। ਧਰਮ ਵੱਲੋਂ ਪੁਕਾਰ ਨਿਰੰਕਾਰ ਦੇ ਦਰ ਤੇ ਕੀਤੀ ਗਈ ਹੈ, ਕਿਸੇ ਬਲਦ ਵੱਲੋਂ ਨਹੀਂ। ਥੰਮੈ ਕੋਏ ਨਾ ਸਾਧ ਬਿਨ ਸਾਧ ਨਾ ਦਿਸੈ, ਜਗ ਵਿੱਚ ਕੋਆ। ਹੁਣ ਸਹਾਰਾ ਬਣ ਸਕਦਾ ਹੈ ਕੋਈ ਧਰਮ ਦਾ ਤਾਂ ਸਾਧੂ ਪੁਰਸ਼ ਬਣ ਸਕਦਾ ਹੈ ਕਿ ਉਹ ਲੋਕਾਂ ਵਿੱਚ ਵੀ ਧਰਮ ਦਾ ਪ੍ਰਚਾਰ ਕਰਕੇ ਦੁਨੀਆ ਨੂੰ ਜਾਗਰਤ ਕਰੇ। ਥੰਮੈ ਕੋਏ ਨਾ ਸਾਧ, ਤੇ ਹਾਲਤ ਇਹ ਹੈ ਸਾਧ ਨਾ ਦਿਸੈ ਜਗ ਵਿੱਚ ਕੋਆ। ਇਉਂ ਨਹੀਂ ਕਿ ਉਸ ਵੇਲੇ ਦੇਖਣ ਨੂੰ ਸਾਧੂ ਨਹੀਂ ਸਨ, ਬੜੇ ਬੜੇ ਮੱਠ ਬਣਾ ਕੇ ਬੈਠੇ ਸਨ, ਲੇਕਿਨ ਜਿਹਨੇ ਆਪਾ ਹੀ ਨਹੀਂ ਸਾਧਿਆ ਉਸ ਨੂੰ ਸਾਧੂ ਕੀ ਆਖਣਾ। ਲੋਕਾਂ ਨੂੰ ਲੱਖ ਉਪਦੇਸ਼ ਕੋਈ ਦੇਵੇ ਪਰ ਜੇ ਆਪਾ ਨਹੀਂ ਸਾਧਿਆ ਤਾਂ ਉਹ ਸਾਧੂ ਨਹੀਂ। ਸਾਧੂ ਆਪਾ ਸਾਧਦਾ ਹੈ ਤੇ ਜਿਸ ਵੇਲੇ ਆਪਾ ਸਾਧ ਲਿਆ ਜਾਏ, ਸੁਤੇ ਸਿੱਧ ਜ਼ਿੰਦਗੀ ਵਿੱਚੋਂ ਉਪਦੇਸ਼ ਦੀ ਬਰਸਾਤ ਹੋਣੀ ਸ਼ੁਰੂ ਹੋ ਜਾਂਦੀ ਹੈ, ਅੰਮ੍ਰਿਤ ਵਰਸਦਾ ਹੈ। ਗੁਲਾਬ ਜਦ ਖੁਸ਼ਬੂ ਨਾਲ ਭਰ ਜਾਂਦਾ ਹੈ ਤਾਂ ਗੁਲਾਬ ਨੂੰ ਜਾ ਕੇ ਨਹੀਂ ਕਿਸੇ ਨੂੰ ਆਖਣਾ ਪੈਂਦਾ ਕਿ ਮੇਰੇ ਪਾਸ ਖੁਸ਼ਬੂ ਹੈ, ਕਿਸੇ ਨੇ ਲੈਣੀ ਹੈ। ਜਿਹੜਾ ਵੀ ਲੰਘੇ ਗਾਹਕ ਪਾਸੋਂ ਉਸੇ ਦੇ ਨੱਕ ਨੂੰ ਖੁਸ਼ਬੂ ਮਿਲ ਜਾਂਦੀ ਹੈ, ਫਿਰ ਉਹ ਨੇੜੇ ਹੋ ਕੇ ਹੋਰ ਸੁੰਘ ਲੈ ਤੇ ਲਾਹਾ ਲੈ ਲਵੇ।
पर जिस वेले पल्ले कुछ है ਤਾਂ ਸੁਭਾਵਿਕ ਹੀ ਉਹ ਜ਼ਿੰਦਗੀ ਵਿੱਚੋਂ ਅਗਾਂਹ ਪਸਰਨਾ ਫੈਲਣਾ ਸ਼ੁਰੂ ਹੋ ਜਾਂਦਾ ਹੈ। ਸਾਧ ਕੋਈ ਹੈ ਨਹੀਂ ਸੀ, ਪਾਖੰਡੀ ਬਹੁਤ ਸਨ। ਧਰਮ ਧੌਲ ਪੁਕਾਰੇ ਤਲੇ ਖੜੋਆ, ਤੇ ਧਰਮ ਦਾ ਧੌਲ ਮਾਨੋ ਥੱਲੇ ਖੜੋਤਾ ਇਸ ਜਿਸਨੇ ਕਾਇਨਾਤ ਨੂੰ ਥੰਮੀਆਂ ਦੇਣੀਆਂ ਸਨ। ਉਹ ਨਿਰੰਕਾਰ ਅੱਗੇ ਪੁਕਾਰਾਂ ਕਰ ਰਿਹਾ ਸੀ ਕਿ ਕਿਸੇ ਤਰ੍ਹਾਂ हे ਪ੍ਰਭੂ ਕੋਈ ਹੀਲਾ ਵਸੀਲਾ ਕਰੋ, ਸੰਸਾਰ ਦਾ ਭਲਾ ਹੋ ਸਕੇ। ਇਸੇ ਅਵਸਥਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਨੂੰ ਵੀ ਦੱਸਿਆ ਸੀ। ਜਦ ਸਿੱਧਾਂ ਨੇ ਪੁੱਛਿਆ, ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ। ਇਹ ਵੀ ਭਾਈ ਗੁਰਦਾਸ ਜੀ ਦੇ ਬਚਨ ਨੇ। ਪਹਿਲੀ ਹੀ ਵਾਰ ਵਿੱਚ 29ਵੀਂ ਤੇ 30ਵੀਂ ਪੌੜੀ ਵਿੱਚੋਂ ਆਪਾਂ ਇਸ ਰੂਪ ਦੇਖਣਾ ਹੈ। ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ। ਕਿਉਂਕਿ ਸਿੱਧ ਤੇ ਪਰਬਤਾਂ ਤੇ ਰਹਿਣ ਵਾਲੇ ਮਾਤ ਲੋਕ ਦਾ ਤਾਂ ਅਸਲ ਵਾਸੀ ਉਹ ਹੈ ਜੋ ਗ੍ਰਸਤੀਆਂ ਵਿੱਚ ਵਿਚਰਦਾ ਹੈ, ਸਮਾਜ ਵਿੱਚ ਰਹਿੰਦਾ ਹੈ। ਇਹ ਸਮਾਜ ਤੋਂ ਭਗੌੜੇ ਹੋ ਚੁੱਕੇ ਸਨ, ਆਪਣੇ ਪਰਿਵਾਰ ਛੱਡ ਕੇ ਦੌੜ ਗਏ ਸਨ। ਇਹਨਾਂ ਨੇ ਬਾਬਾ ਨਾਨਕ ਜੀ ਨੂੰ ਪੁੱਛਿਆ ਮੁਲਾਕਾਤ ਵੇਲੇ, ਸੰਸਾਰ ਦੇ ਅੰਦਰ ਵਤੀਰਾ ਕੈਸਾ ਚੱਲ ਰਿਹਾ ਹੈ। ਜਾਣਦੇ ਨੇ ਕਿ ਬਾਬਾ ਨਾਨਕ ਸਮਰੱਥਾਵਾਨ ਨੇ, ਇਹ ਭਲਾ ਕਰਨ ਦੇ ਸਮਰੱਥ ਨੇ। ਸਭ ਸਿੱਧੀ ਇਹ ਬੁੱਝਿਆ ਕਲ ਤਾਰਨ ਨਾਨਕ ਅਵਤਾਰਾ। ਇਹ ਸੰਸਾਰ ਦਾ ਉਧਾਰ ਕਰਨ ਦੇ ਸਮਰੱਥ ਨੇ। ਪਰ ਸਵਾਲ ਪੁੱਛ ਲਿਆ। ਬਾਬੇ ਕਹਿਆ ਨਾਥ ਜੀ, ਸੱਚ ਚੰਦਰਮਾ ਕੂੜ ਅੰਧਾਰਾ। ਸਤਿਗੁਰਾਂ ਆਖਿਆ, ਹੇ ਸਿੱਧੋ, ਸੱਚ ਹੁੰਦਾ ਹੈ ਚੰਦਰਮਾ, ਜਿਹੜਾ ਚਾਨਣੀ ਵੀ ਵੰਡਦਾ ਹੈ, ਰੋਸ਼ਨੀ ਵੀ ਦਿੰਦਾ ਹੈ ਤੇ ਠੰਡਕ ਵੀ ਦਿੰਦਾ ਹੈ। ਤੇ ਜਿੱਥੇ ਕੂੜ ਪਸਰ ਜਾਏ ਉੱਥੇ ਤਾਂ ਮੱਸਿਆ ਹੀ ਮੱਸਿਆ ਹੈ, ਹਨੇਰੇ ਹੀ ਹਨੇਰੇ ਨੇ। ਤੇ ਕੂੜ ਅਮਾਵਸ ਵਰਤਿਆ। ਇਸ ਵੇਲੇ ਹਾਲਤ ਇਹ ਹੈ, ਕੂੜ ਦੀ, ਝੂਠ ਦੀ ਮੱਸਿਆ ਪਸਰੀ ਪਈ ਹੈ, ਅੰਧੇਰਾ ਹੀ ਅੰਧੇਰਾ ਹੈ। ਹਉ ਭਾਲਣ ਚੜਿਆ ਸੰਸਾਰਾ, ਪਾਪ ਗਰਾਸੀ ਪ੍ਰਿਥਵੀ, ਧੌਲ ਖੜਾ ਧਰ ਹੇਠ ਪੁਕਾਰਾ। ਧਰਮ ਦਾ ਧੌਲ ਤਾਂ ਭਾਈ ਪੁਕਾਰ ਰਿਹਾ ਹੈ ਪਾਪਾਂ ਵਿੱਚ ਗ੍ਰਸੀ ਹੋਈ ਪ੍ਰਿਥਵੀ ਨੂੰ ਬਚਾਉਣ ਵਾਸਤੇ। ਤੇ ਮੈਂ ਕੀ ਆਖਾਂ ਸਿੱਧੋ ਤੁਹਾਨੂੰ, ਸਿੱਧ ਛਪ ਬੈਠੇ ਪਰਬਤੀ। ਤੁਸੀਂ ਆਖਦੇ ਹੋ ਤੁਸੀਂ ਗਿਆਨਵਾਨ ਹੋ, ਸਮਾਧੀਆਂ ਲਾਉਣ ਵਾਲੇ ਹੋ। ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਸਮਾਜ ਵਿੱਚ ਜਾਓ, ਵਿਚਰੋ, ਆਪ ਵੀ ਧਰਮ ਕਮਾਓ ਤੇ ਲੋਕਾਂ ਨੂੰ ਵੀ ਧਰਮ ਨਾਲ ਜੋੜੋ। ਪਰ ਤੁਸੀਂ ਪਰਬਤਾਂ ਵਿੱਚ ਆ ਕੇ ਬੈਠ ਗਏ ਹੋ। ਸਿੱਧ ਛਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਜੋਗੀ ਗਿਆਨ ਵਿਹੂਣਿਆ, ਨਿਸ ਦਿਨ ਅੰਗ ਲਗਾਏ ਨਿਛਾਰਾ। ਜਿਹੜੇ ਤੁਹਾਡੇ ਬਾਕੀ ਥੱਲੇ ਦੇ ਲੋਕ ਨੇ, ਜੋਗੀ ਆਦਿਕ, ਯੋਗ ਸਾਧਨਾ ਕਰਨ ਵਾਲੇ, ਤੁਸੀਂ ਆਖਦੇ ਹੋ ਪੁੱਗ ਗਏ ਹੋ ਸਿੱਧ ਹੋ। ਜਿਹੜੇ ਸਾਧਨਾ ਕਰ ਰਹੇ ਨੇ ਉਹ ਵੀ ਮੱਠਾਂ ਵਿੱਚ ਬੈਠੇ ਨੇ, ਆਪਣੇ ਆਪਣੇ ਡੇਰੇ ਬਣਾਏ ਹੋਏ ਹਨ ਤੇ ਸਰੀਰ ਤੇ ਸੁਆਹ ਮਲ ਕੇ ਸੋਚਦੇ ਨੇ ਅਸੀਂ ਖਬਰੇ ਪ੍ਰਾਪਤੀ ਕਰ ਲਈ ਹੈ ਪਰਮਾਤਮਾ ਦੀ। ਸਚਾਈ ਇਹ ਹੈ, ਬਾਝ ਗੁਰੂ ਡੁੱਬਾ ਜਗ ਸਾਰਾ। ਗੁਰੂ ਤੋਂ ਬਿਨਾਂ ਇਹ ਸੰਸਾਰ ਸਾਰਾ ਡੁੱਬਿਆ ਪਿਆ ਹੈ। ਉਹ ਕਿਸ ਤਰ੍ਹਾਂ ਡੁੱਬਿਆ ਹੈ? ਧਾਰਮਿਕ ਲੋਕਾਂ ਦੀ ਕੀ ਹਾਲਤ ਹੈ, ਰਾਜਨੀਤਿਕ ਲੋਕ ਕੀ ਕਰ ਰਹੇ ਹਨ, ਇਨਸਾਫ ਜਿਨ੍ਹਾਂ ਕਰਨਾ ਸੀ ਉਹਨਾਂ ਦੀ ਕੀ ਅਵਸਥਾ ਹੈ, ਆਮ ਲੋਕਾਂ ਦੀ ਕੀ ਹਾਲਤ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਿਵੇਂ ਸਿੱਧਾਂ ਨੂੰ ਦੱਸਿਆ, ਇਹ ਸਾਰੇ ਹਾਲਾਤ ਸਨ ਜਦ ਸਤਿਗੁਰੂ ਜੀ ਸੰਸਾਰ ਤੇ ਆਏ। ਭਾਈ ਗੁਰਦਾਸ ਜੀ ਨੇ ਉਹ ਵੀ ਬਿਆਨ ਕਰ ਦਿੱਤਾ ਹੈ। ਉਹ ਕਹਿੰਦੇ ਨੇ, ਕਾਲੇ ਆਈ ਕੁੱਤੇ ਮੂੰਹੀ, ਖਾਜ ਹੁਆ ਮੁਰਦਾਰ ਗੁਸਾਈ। ਐ ਸਿੱਧੋ ਹਾਲਤ ਇਹ ਹੈ, ਕਲਯੁਗ ਦੇ ਬੰਦਿਆਂ ਨੂੰ ਵੀ ਐਸੀ ਬਿਰਤੀ ਇਹਨਾਂ ਦੀ ਬਣ ਗਈ ਹੈ ਕਿ ਮੰਨ ਲਓ ਕੁੱਤੇ ਦਾ ਮੂੰਹ ਲੱਗ ਗਿਆ ਹੈ। ਹੋਵੇ ਇਨਸਾਨ ਤੇ ਮੂੰਹ ਲੱਗ ਜਾਏ ਕੁੱਤੇ ਦਾ। ਜ਼ਰਾ ਸੋਚ ਸਕਦੇ ਹੋ ਹਾਲਤ ਕੀ ਹੋਵੇਗੀ। ਆਦਮੀ ਦੇ ਪਾਸ ਜ਼ਬਾਨ ਹੈ, ਇਹ ਅੰਮ੍ਰਿਤ ਵੰਡ ਸਕਦਾ ਹੈ। ਮਿੱਠੇ ਬੋਲ ਬੋਲੇ, ਕਿਸੇ ਦਾ ਦੁੱਖ ਬੋਲ ਕੇ ਹੀ ਵੰਡਾ ਲੈ। ਕੁੱਤੇ ਪਾਸ ਇਹ ਸਮਰੱਥਾ ਤਾਂ ਨਹੀਂ। ਫਿਰ ਕੁੱਕਰ ਨੂੰ ਅਸੀਂ ਵੇਖਨੇ ਆ, ਦੋ ਬੁਰਕੀਆਂ ਦੇਖ ਕੇ ਲਾਲਾਂ ਸੁੱਟਣ ਲੱਗ ਪੈਂਦਾ ਹੈ। ਜੇ ਬੰਦਾ ਦੂਜੇ ਦਾ ਧਨ ਦੇਖ ਕੇ ਕੁਝ ਪ੍ਰਾਪਤ ਕਰਨ ਲਈ ਲਾਲਾਂ ਸੁੱਟਣ ਲੱਗ ਪਏ, ਖੁਸ਼ਾਮਦਾਂ ਕਰੇ, ਝੂਠੀ ਤਾਰੀਫ ਦੇ ਪੁਲ ਬੰਨੇ, ਤਾਂ ਕੂੜ ਦੇ ਰਾਹ ਤਾਂ ਪੈ ਹੀ ਗਿਆ। ਇਹ ਕੁੱਕਰ ਵਾਲਾ ਮੂੰਹ ਹੈ।
ਬਾਣੀ ਅੰਦਰ ਬਚਨ ਆਏ ਨੇ, ਲੱਭ ਕੁੱਤਾ ਕੂੜ ਚੂਹੜਾ ਠੱਗ ਖਾਦਾ ਮੁਰਦਾਰ। ਤੇ ਕੁੱਤਾ ਮੁਰਦਾ ਖਾਂਦਾ ਹੈ, ਇਨਸਾਨ ਵੀ ਮੁਰਦੇ ਖਾਣ ਲੱਗ ਪਏ ਨੇ। ਐ ਸਿੱਧੋ, ਇਹਨਾਂ ਨੂੰ ਕੁੱਤੇ ਦਾ ਮੂੰਹ ਲੱਗ ਗਿਆ ਹੈ। ਮੁਰਦੇ ਕਿੱਦਾਂ ਖਾ ਰਹੇ ਨੇ, ਇਹ ਬਾਣੀ ਵਿੱਚੋਂ ਸਮਝਣਾ। ਖਾਂਦੇ ਭਾਵੇਂ ਦਾਲਾਂ ਸਬਜ਼ੀਆਂ ਹੀ ਹੋਣ, ਪਰ ਇਹ ਮੁਰਦਾ ਕਿਵੇਂ ਖਾ ਰਹੇ ਨੇ? ਕਿਉਂ ਬਾਬੇ ਨੇ ਆਖਿਆ ਕਿ ਇਹਨਾਂ ਨੂੰ ਕੁੱਤੇ ਦਾ ਮੂੰਹ ਲੱਗ ਗਿਆ ਹੈ, ਇਨਸਾਨਾਂ ਨੂੰ, ਤੇ ਇਹ ਮੁਰਦੇ ਖਾ ਰਹੇ ਨੇ। ਸਤਿਗੁਰੂ ਕਹਿੰਦੇ ਨੇ, ਠੱਗ ਖਾਦਾ ਮੁਰਦਾਰ। ਲੱਭ ਕੁੱਤਾ ਹੈ, ਜਿਸ ਵੇਲੇ ਅੰਦਰ ਲਾਲਚ ਵਸ ਜਾਏ ਤੇ ਇਹ ਮਨੁੱਖ ਫਿਰ ਦਰ ਦਰ ਭਟਕਦਾ ਹੈ, ਖੁਸ਼ਾਮਦਾਂ ਕਰਦਾ ਹੈ, ਕਿਸੇ ਨੂੰ ਭੌਂਕਦਾ ਹੈ, ਵਿਰੋਧੀ ਦੀ ਨਿੰਦਿਆ ਕਰਦਾ ਹੈ, ਕਿਸੇ ਦੀ ਖੁਸ਼ਾਮਦਾਂ ਕਰਦਾ ਹੈ, ਲਾਲਾਂ ਸੁੱਟਦਾ ਹੈ। ਇਹ ਇਸ ਦੀ ਅਵਸਥਾ ਹੈ। ਲੱਭ ਦਾ ਕੁੱਤਾ, ਲਾਲਚ ਦਾ ਕੁੱਤਾ ਅੰਦਰ ਵਸ ਜਾਏ ਤੇ ਕੂੜ ਦੇ ਰਾਹ ਚੱਲ ਹੀ ਪਏਗਾ। ਚੂਹੜਾ ਬਣ ਗਿਆ, ਭਾਵ ਗੰਦਗੀ ਢੋਣ ਵਾਲਾ ਇਨਸਾਨ ਇਹ ਬਣ ਗਿਆ। ਲੱਭ ਕੁੱਤਾ ਕੂੜ ਚੂਹੜਾ ਠੱਗ ਖਾਦਾ ਮੁਰਦਾਰ। ਤੇ ਠਗੀਆਂ ਮਾਰ ਕੇ ਕੁਝ ਖਾ ਲਓ, ਕੁਝ ਕਮਾ ਲਓ। ਖਾਣ ਤੋਂ ਭਾਵੇਂ ਕਮਾ ਲਓ, ਕੁਝ ਵੀ ਲੈ ਆਓ। ਕਿਸੇ ਨਾਲ ਧੋਖਾ ਕਰਕੇ ਲਿਆਓਗੇ ਤਾਂ ਉਹ ਮੁਰਦਾ ਖਾਣ ਦੇ ਬਰਾਬਰ ਹੀ ਹੋਵੇਗਾ। ਸ਼ਰੀਫ ਬੰਦੇ ਨਾਲ ਚਾਲਾਕ ਬਣ ਕੇ ਧੋਖਾ ਕਰਦੇ ਹੋ ਤੇ ਆਪਣੇ ਆਪ ਨੂੰ ਬੜਾ ਮਨੁੱਖ ਚਤਰ ਸਮਝਦਾ ਹੈ, ਜਿਸ ਵੇਲੇ ਕਿਸੇ ਸ਼ਰੀਫ ਨੂੰ ਠੱਗ ਲੈਂਦਾ ਹੈ। ਮੈਂ ਇੱਕ ਕਹਾਣੀ ਸੁਣੀ ਹੈ ਕਿ ਮੁੱਲਾ ਨਸਰੁਦੀਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸਨੇ ਨਗਰ ਦੇ ਸਭ ਤੋਂ ਸ਼ਰੀਫ ਬੰਦੇ ਨਾਲ ਠੱਗੀ ਮਾਰ ਲਈ ਤੇ ਜੱਜ ਨੇ ਆਖਿਆ, ਤੈਨੂੰ ਕੁਝ ਸ਼ਰਮ ਆਉਣੀ ਚਾਹੀਦੀ ਹੈ। ਸਭ ਤੋਂ ਸ਼ਰੀਫ ਤੇਰੇ ਨਗਰ ਦਾ ਇਹ ਆਦਮੀ ਜਿਹਦੇ ਨਾਲ ਤੂੰ ਠੱਗੀ ਮਾਰ ਲਈ। ਨਸਰੁਦੀਨ ਆਖਣ ਲੱਗਾ, ਜੀ ਕੀ ਕਰਾਂ, ਹੋਰ ਤਾਂ ਕੋਈ ਇਤਬਾਰ ਹੀ ਨਹੀਂ ਕਰਦਾ। ਠੱਗੀ ਸ਼ਰੀਫ ਨਾਲ ਨਹੀਂ ਮਾਰਾਂਗਾ ਤਾਂ ਚਲਾਕ ਨਾਲ ਮਾਰਾਂਗਾ। ਚਲਾਕ ਬੰਦੇ ਠੱਗੀ ਕਰਦੇ ਨੇ, ਸ਼ਰੀਫਾਂ ਨਾਲ ਹੋ ਜਾਂਦੀ ਹੈ। ਪਰ ਸਤਿਗੁਰੂ ਜੀ ਨੇ ਸਾਨੂੰ ਇੱਕ ਮੱਤ ਦਿੱਤੀ ਹੈ, ਇੰਨੇ ਸਾਵਧਾਨ ਰਹਿਣਾ ਕਿ ਕੋਈ ਲੁੱਟ ਕੇ ਠੱਗ ਕੇ ਹੀ ਨਾ ਲੈ ਜਾਏ, ਤੇ ਇੰਨੇ ਚਾਲਾਕ ਨਹੀਂ ਬਣਨਾ ਕਿ ਦੂਜਿਆਂ ਨੂੰ ਠੱਗਣ ਲੱਗ ਪਾਓ। ਪਰ ਜਿਸ ਵੇਲੇ ਅੰਦਰ ਲੋਭ ਆ ਜਾਏ, ਲੋਕ ਠੱਗੀਆਂ ਮਾਰਨ ਲੱਗ ਹੀ ਪੈਂਦੇ ਨੇ। ਤੇ ਠੱਗੀ ਮਾਰ ਕੇ ਖਾਧਾ ਹੋਇਆ, ਕਿਸੇ ਦਾ ਹੱਕ ਖੋਹ ਕੇ ਖਾਧਾ, ਇਹ ਮੁਰਦਾ ਖਾਣ ਦੇ ਬਰਾਬਰ ਹੈ। ਠੱਗ ਖਾਧਾ ਮੁਰਦਾਰ। ਇਹ ਕੁੱਤੇ ਦੇ ਮੂੰਹ ਦੀ ਨਿਸ਼ਾਨੀ ਹੈ। ਲਾਲਾਂ ਸੁੱਟਣੀਆਂ ਤੇ ਮੁਰਦਾ ਖਾਣਾ, ਮੋਟੇ ਤੌਰ ਤੇ ਦੋ ਹੀ ਰੱਖ ਲਈਏ ਅੱਜ। ਤੇ ਮਨੁੱਖ ਜਦੋਂ ਇਉਂ ਕਰੇ, ਬੁਰਕੀ ਬੁਰਕੀ ਲਈ ਖੁਸ਼ਾਮਦਾਂ ਕਰਦਾ ਫਿਰੇ, ਤੇ ਜਿੱਥੇ ਇਸ ਦਾ ਸੂਤ ਲੱਗ ਜਾਏ, ਚਲਾਕੀ ਕਰਕੇ ਠੱਗੀ ਮਾਰ ਲਿਆਵੇ, ਤਾਂ ਇਹ ਕੂਕਰ ਤੋਂ ਘੱਟ ਨਹੀਂ। ਉਸ ਵੇਲੇ ਦੀ ਹਾਲਤ ਐਸੀ ਸੀ, ਇਨਸਾਨਾਂ ਨੂੰ ਕੁੱਤੇ ਦਾ ਮੂੰਹ ਲੱਗ ਗਿਆ, ਮੁਰਦੇ ਖਾਣ ਲੱਗ ਪਏ। ਕਾਲੇ ਆਈ ਕੁੱਤੇ ਮੂੰਹੀ, ਖਾਜ ਹੋਆ ਮੁਰਦਾਰ ਗੁਸਾਈ। ਤੇ ਜਿਸ ਵੇਲੇ ਇਹ ਅਵਸਥਾ ਬਣ ਗਈ, ਰਾਜੇ ਪਾਪ ਕਮਾਵਦੇ, ਉਲਟੀ ਵਾਲ ਖੇਤ ਕੋ ਖਾਈ। ਗੱਲ ਆਮ ਮਨੁੱਖ ਤੇ ਨਾ ਰੁਕੀ, ਬਲਕਿ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਨੇ ਟੌਪ ਤੋਂ ਪਕੜਿਆ ਝੂਠ ਸਿੱਧਾਂ ਨੂੰ ਦੱਸਣ ਵੇਲੇ, ਕਿ ਸਭ ਤੋਂ ਪਹਿਲਾਂ ਤਾਂ ਹਾਕਮ ਪਾਪੀ ਹੋ ਗਏ ਨੇ। ਹਕੂਮਤ ਕਰਨ ਵਾਲੇ ਦਾ ਇਹ ਫਰਜ਼ ਬਣਦਾ ਹੈ ਕਿ ਉਹ ਪ੍ਰਜਾ ਨੂੰ ਸੁੱਖ ਦੇਣ ਦੇ ਵਸੀਲੇ ਪੈਦਾ ਕਰੇ, ਪ੍ਰਜਾ ਉੱਪਰ ਕੋਈ ਜ਼ੁਲਮ ਨਾ ਢਾ ਸਕੇ, ਉਹਨਾਂ ਦੀ ਰਾਖੀ ਕਰੇ। ਇਹ ਰਾਜੇ ਦੀਆਂ ਬੇਸਿਕ ਜ਼ਿੰਮੇਵਾਰੀਆਂ ਨੇ ਕਿ ਮੇਰੇ ਰਾਜ ਵਿੱਚ ਕੋਈ ਭੁੱਖਾ ਨਾ ਸੋਵੇ, ਕੋਈ ਨੰਗਾ ਨਾ ਰਹੇ, ਐਸਾ ਨਾ ਹੋਵੇ ਕਿ ਉਹਨਾਂ ਪਾਸ ਰਹਿਣ ਨੂੰ ਛੱਤ ਨਾ ਹੋਵੇ, ਇਹ ਨਾ ਹੋਵੇ ਕੋਈ ਉਹਨਾਂ ਦੀ ਇੱਜ਼ਤ ਲੁੱਟ ਲੈ, ਇਹ ਨਾ ਹੋਵੇ ਕਿ ਉਹਨਾਂ ਦਾ ਕੋਈ ਧਨ ਮਾਲ ਲੁੱਟ ਲੈ। ਇਹ ਰਾਜੇ ਦੇ ਫਰਜ਼ ਨੇ, ਬੁਨਿਆਦੀ ਫਰਜ਼। ਲੇਕਿਨ ਰਾਜੇ ਖੁਦ ਪਾਪੀ ਹੋ ਗਏ, ਰਾਜੇ ਪਾਪ ਕਮਾਉਂਦੇ, ਉਲਟੀ ਵਾੜ ਖੇਤ ਕੋ ਖਾਈ। ਇਹ ਤਾਂ ਗੱਲ ਇਉਂ ਬਣ ਗਈ, ਜਿਨ੍ਹਾਂ ਨੇ ਰਾਖੀ ਕਰਨੀ ਸੀ ਉਹੀ ਡਾਕੂ ਹੋ ਗਏ। ਕਿਸਾਨ ਨੇ ਖੇਤ ਵਿੱਚ ਫਸਲ ਬੀਜੀ ਤੇ ਫਸਲ ਦੇ ਬਚਾਅ ਵਾਸਤੇ ਕੋਈ ਜੰਗਲੀ ਜਾਨਵਰ ਨਾ ਖਾ ਜਾਣ, ਉਸਨੇ ਆਲੇ ਦੁਆਲੇ ਇੱਕ ਵਾੜ ਲਗਾ ਦਿੱਤੀ ਤਾਂ ਕਿ ਅਵਾਰਾ ਪਸ਼ੂ ਅੰਦਰ ਨਾ ਆ ਸਕੇ, ਮੇਰੀ ਫਸਲ ਬਚੀ ਰਹੇ। ਬਾਹਰੋਂ ਤਾਂ ਪਸ਼ੂ ਨੇ ਕੀ ਆਉਣਾ ਸੀ, ਜੇ ਭਲਾ ਰੱਬ ਨਾ ਕਰੇ ਉਹ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ, ਬਚਾਏਗਾ ਕੌਣ?
ਫਿਰ ਤਾਂ ਕਿਧਰੇ ਕੋਈ ਬਚਾ ਨਹੀਂ। ਕੁਝ ਗੱਲਾਂ ਨੇ ਜੇ ਉਹ ਵਰਤ ਜਾਣ ਤਾਂ ਕੋਈ ਬਚਾ ਨਹੀਂ ਰਹਿ ਜਾਂਦਾ। ਬਾਹਰ ਅੱਗ ਲੱਗ ਜਾਂਦੀ ਹੈ ਕਿਧਰੇ ਤੇ ਨੇੜੇ ਵਗਦੀ ਨਦੀ ਵਿੱਚੋਂ ਲੋਕ ਪਾਣੀ ਲਿਆ ਕੇ ਅੱਗ ਬੁਝਾਉਂਦੇ ਨੇ, ਜਿੱਥੋਂ ਪਾਣੀ ਦਾ ਵਸੀਲਾ ਹਾਸਲ ਹੋ ਸਕੇ। ਪਾਣੀ ਨਾਲ ਅੱਗ ਬੁਝਦੀ ਹੈ। ਤੇ ਜੇ ਕੋਈ ਬੇੜੀ ਪਾਣੀ ਵਿੱਚ ਖੜੀ ਸੜ ਜਾਏ, ਉਸ ਨੂੰ ਕਿਵੇਂ ਬਚਾਇਆ ਜਾਵੇ? ਭਾਈ ਗੁਰਦਾਸ ਜੀ ਦੇ ਬਚਨ ਨੇ, ਉਹ ਕਹਿੰਦੇ ਨੇ, ਬਾਹਰ ਕੀ ਅਗਨ ਜਿਉਂ ਬੁਝੈ ਜਲ ਸਰਕ ਤਕ ਹੈ, ਨਾਉ ਮੈਂ ਜੋ ਆਗ ਲੱਗੈ ਕੈਸੇ ਕਹਿ ਬੁਝਾਈ ਹੈ। ਕਿਵੇਂ ਬੁਝਾਵਾਂਗੇ? ਬਾਹਰੋਂ ਮਨੁੱਖ ਦੌੜ ਕੇ ਡਾਕੂਆਂ, ਲੁਟੇਰਿਆਂ ਤੋਂ, ਧਾੜਵੀਆਂ ਤੋਂ ਡਰਦਾ ਹੋਇਆ ਕਿਲਿਆਂ ਵਿੱਚ ਸ਼ਰਨ ਲੈਂਦਾ ਰਿਹਾ। ਤੇ ਆਮ ਨਗਰਾਂ ਵਿੱਚ ਕਿਲੇ ਹੁੰਦੇ ਸਨ ਕਿ ਇਲਾਕੇ ਦੇ ਲੋਕ ਜੇ ਕੋਈ ਖਤਰਾ ਹੋਵੇ ਉੱਥੇ ਆ ਕੇ ਸ਼ਰਨ ਲੈ ਲੈਣ। ਪਰ ਜੇ ਕਿਲੇ ਵਿੱਚ ਡਾਕੂ ਬੈਠੇ ਹੋਣ ਤਾਂ ਬਚਾ ਕਿੱਥੇ ਹੈ? ਬਾਹਰ ਸਹਿਭਾਗ ਓਟ ਲੀਜੀਅਤ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਏ। ਚੋਰਾਂ ਤੋਂ ਡਰਦਾ ਬੰਦਾ ਬਾਦਸ਼ਾਹ ਪਾਸ ਫਰਿਆਦੀ ਬਣਦਾ ਹੈ, ਮੇਰੀ ਰਾਖੀ ਕਰੋ, ਬੜੀਆਂ ਚੋਰੀਆਂ ਹੋ ਰਹੀਆਂ ਨੇ, ਮੈਂ ਮਿਹਨਤ ਕਰਕੇ ਕਮਾਈ ਕੀਤੀ ਤੇ ਕੋਈ ਚੁਰਾ ਕੇ ਲੈ ਜਾਂਦੇ ਨੇ ਲੋਕ। ਤਾਂ ਬਾਦਸ਼ਾਹ ਦੀ ਜ਼ਿੰਮੇਵਾਰੀ ਹੈ ਉਹ ਰਾਖੀ ਦਾ ਇੰਤਜ਼ਾਮ ਕਰੇ, ਚੋਰਾਂ, ਡਾਕੂਆਂ, ਧਾੜਵੀਆਂ, ਲੁਟੇਰਿਆਂ ਤੋਂ ਬਚਾਉਣ ਦਾ ਕੋਈ ਵਸੀਲਾ ਕਰੇ। ਪਰ ਜੇ ਖੁਦ ਉਹ ਆਪ ਹੀ ਧਾੜਵੀ ਹੋਵੇ ਤਾਂ ਫਿਰ ਬਚਾ ਕਿੱਥੇ? ਚੋਰਨ ਕੈ ਤਰਾਸ ਜਾਏ ਸਰਨ ਨਰਿੰਦ ਹੈ, ਮਾਰੇ ਮਹੀਪਤ ਜੀਓ ਕੈਸੇ ਕਹਿ ਬਚਾਈਏ। ਇਹ ਤਾਂ ਲੁੱਟਦੇ ਹੀ ਸਨ, ਜਾਨ ਬਖਸ਼ ਜਾਂਦੇ ਸਨ, ਉਹ ਜਾਨ ਹੀ ਲੈ ਲੈ, ਧਨ ਤਾਂ ਇੱਕ ਪਾਸੇ ਰਹਿ ਗਿਆ, ਤਾਂ ਫਿਰ ਬਚਾ ਕਿੱਥੇ ਹੋਵੇਗਾ? ਇਉਂ ਹੀ ਧਰਮ ਦੀ ਦੁਨੀਆ ਦੀ ਹਾਲਤ ਹੈ। ਮਾਇਆ ਡਰ ਡਰਪਤ ਹਾਰ ਗੁਰਦੁਆਰਾ ਜਾਵੇ, ਤਹਾਂ ਜੋ ਵਿਆਪੈ ਮਾਇਆ ਕਹਾਂ ਠਹਿਰਾਈਏ। ਮਾਇਆ ਦੇ ਤੱਤੇ ਝੋਲਿਆਂ ਤੋਂ, ਤੱਤੀਆਂ ਹਵਾਵਾਂ ਤੋਂ ਡਰਦਾ ਮਨੁੱਖ ਗੁਰੂ ਦੇ ਦੁਆਰੇ ਤੇ ਜਾਂਦਾ ਹੈ। ਤੇ ਜੇ ਗੁਰਦੁਆਰੇ ਜਾ ਕੇ ਵੀ ਅਸੀਂ ਮਾਇਆ ਦੇ ਚੱਕਰ ਵਿੱਚ ਹੀ ਪਏ ਰਹੇ ਤੇ ਫਿਰ ਬਚਾ ਕਿਧਰੇ ਨਹੀਂ। ਜਦ ਰਾਜੇ ਹੀ ਪਾਪੀ ਹੋ ਜਾਣ ਫਿਰ ਬਚਾ ਕਿੱਥੇ? ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ। ਜਿਨ੍ਹਾਂ ਰਾਖੀ ਕਰਨੀ ਸੀ ਉਹ ਵਾੜ ਖੇਤ ਨੂੰ ਖਾਣ ਲੱਗ ਪਈ। ਰਾਜੇ ਪ੍ਰਜਾ ਦਾ ਖੂਨ ਨਿਚੋੜਨ ਲੱਗ ਪਏ। ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ। ਪ੍ਰਜਾ ਦੀ ਹਾਲਤ ਵੀ ਬੁਰੀ ਹੈ। ਜਥਾ ਰਾਜਾ ਤਥਾ ਪ੍ਰਜਾ, ਨੇਕੀ ਬਦੀ ਦਾ ਇੱਕੋ ਦਰਜਾ। ਜਿੱਦਾਂ ਦਾ ਬਾਦਸ਼ਾਹ ਹੋਵੇ ਉਦਾਂ ਦੇ ਲੋਕ ਹੋ ਜਾਂਦੇ ਨੇ। ਪ੍ਰਜਾ ਅੰਧੀ ਗਿਆਨ ਬਿਨ, ਕੂੜ ਕੁਸੱਤ ਮੁਖੋਂ ਲਾਈ। ਗਿਆਨ ਤੋਂ ਸਖਣੀ, ਵਿਦਿਆ ਤੋਂ ਕੋਰੀ, ਇਹ ਜਨਤਾ ਅੰਨੀ ਹੋਈ ਪਈ ਹੈ। ਇਹਨਾਂ ਪਾਸ ਨੇਤਰ ਨਹੀਂ, ਕਿਉਂਕਿ ਸੱਚ ਦੇਖਦਾ ਹੀ ਨਹੀਂ ਇਹ ਮਨੁੱਖ। ਸੱਚ ਇਸ ਨੂੰ ਸੁਣਦਾ ਵੀ ਨਹੀਂ, ਇਹ ਅੰਨੇ ਵੀ ਨਹੀਂ, ਬੋਲੇ ਵੀ ਨਹੀਂ। ਪ੍ਰਜਾ ਅੰਧੀ ਗਿਆਨ ਬਿਨ, ਤੇ ਇਹ ਵੀ ਝੂਠ ਦੇ ਸਹਾਰੇ ਤੇ ਚੱਲ ਰਹੀ ਹੈ। ਕੂੜ ਕੁਸੱਤ ਮੁਖੋਂ ਅਲਾਈ, ਬਾਰ-ਬਾਰ ਝੂਠ ਬੋਲ ਰਹੇ ਹਨ। ਚੇਲੇ ਸਾਜ ਵਜਾਏਂਦੇ, ਨੱਚਨ ਗੁਰੂ ਬਹੁਤ ਬਿਦ ਭਾਈ। ਧਰਮ ਦੀ ਦੁਨੀਆ ਵਿੱਚ ਵੀ ਇਹੀ ਕੁਝ, ਉੱਥੇ ਵੀ ਪਾਖੰਡ ਸ਼ੁਰੂ ਹੋ ਗਿਆ ਹੈ। ਚੇਲੇ ਸਾਜ ਵਜਾਉਂਦੇ ਨੇ, ਗੁਰੂ ਨੱਚਦੇ ਨੇ। ਸਾਜ ਵਜਾਉਣ ਵਾਲੇ ਨੇ ਨ੍ਰਿਤਕਾਰੀ ਕਰਨ ਵਾਲੇ ਨੂੰ, ਨਾਚ ਕਰਨ ਵਾਲੇ ਨੂੰ ਸੇਧ ਦੇਣੀ ਹੈ, ਤੇ ਨ੍ਰਿਤਕਾਰ ਨੇ ਨੱਚਣਾ ਹੈ ਸਾਜ ਦੀ ਲੈ ਸੁਰ ਦੇ ਵਿੱਚ। ਆਮ ਤੌਰ ਤੇ ਤੁਸੀਂ ਆਮ ਪਿੰਡਾਂ ਵਿੱਚ ਵੀ ਦੇਖਿਆ ਹੋਵੇਗਾ, ਗਿੱਧਾ ਵੀ ਪਾਉਣਾ ਹੋਵੇ ਤਾਂ ਬੀਬੀਆਂ ਨੇ ਜੇ ਗਾਉਣਾ ਹੈ ਤੇ ਉਹ ਨਾਲ ਤਾਲੀ ਮਾਰਦੀਆਂ। ਉਹ ਤਾਲ ਹੈ। ਸੁਰ ਤਾਲ ਤੋਂ ਬਿਨਾਂ ਕੀ ਗਾਉਣਾ ਤੇ ਕੀ ਨੱਚਣਾ। ਸਤਿਗੁਰੂ ਜੀ ਦਾ ਫਰਮਾਨ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਬਿਨ ਬਾਜੇ ਕੈਸੋ ਨ੍ਰਿਤਕਾਰੀ, ਬਿਨ ਕੰਠ ਕੈਸੇ ਗਾਵਨਹਾਰੀ। ਜੀਲ ਬਿਨਾ ਨਹੀਂ ਬੱਜੈ ਰਬਾਬ, ਨਾਮ ਬਿਨਾ ਸਾਰੇ ਕੰਮ ਬਿਰਥ ਨੇ। ਨਾਮ ਹੀ ਅਸਲੀ ਗੱਲ ਹੈ। ਸੋ ਜ਼ਰੂਰਤ ਸੀ ਸਾਜ ਗੁਰੂ ਵਜਾਵੇ ਤੇ ਉਸ ਦੀ ਲੈ ਤੇ ਚੇਲੇ ਨੱਚਣ। ਭਾਵ ਇਹ ਸੀ ਗੁਰੂ ਗਿਆਨ ਦੇਵੇ, ਸੋਝੀ ਦੇਵੇ ਤੇ ਉਸ ਦੇ ਮੁਤਾਬਕ ਚੇਲੇ ਆਪਣੇ ਜੀਵਨ ਨੂੰ ਢਾਲਣ, ਉਸ ਅਨੁਸਾਰ ਚੱਲਣ। ਗੱਲ ਉਲਟੀ ਹੋ ਗਈ। ਚੇਲੇ ਸਾਜ ਵਜਾਉਂਦੇ ਨੇ। ਜੇ ਚੇਲਿਆਂ ਦੇ ਮਨ ਵਿੱਚ ਕਿਸੇ ਇਲਾਕੇ ਵਿੱਚ ਇਹ ਖਿਆਲ ਹੈ ਜੀ ਅਸੀਂ ਤਾਂ ਪਹਿਰਾਵਿਆਂ ਦੇ ਸ਼ੌਕੀਨ ਹਾਂ, ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾ ਕੇ ਖੁਸ਼ ਹੁੰਦੇ ਹਾਂ,
ਪਰ ਸੰਤ ਤਾਂ ਉਹ ਹੁੰਦਾ ਜਿਹੜਾ ਕੱਪੜੇ ਤਿਆਗ ਦੇਵੇ। ਤਾਂ ਜਿਹਨੇ ਪੂਜਾ ਕਰਾਉਣੀ ਸੀ ਉਹ ਨਾਂਗਾ ਹੋ ਕੇ ਤੁਰ ਪਿਆ। ਮਨੁੱਖ ਆਮ ਸੋਚ ਰਿਹਾ ਸੀ, ਦੇਖੋ ਮੈਂ ਤਾਂ ਭੁੱਲ ਗਿਆ ਹਾਂ, ਮੈਂ ਅਤਰ ਫਲੇਲਾਂ ਵਿੱਚ ਤੇ ਸੈਂਟ ਲਾਉਣ ਵਿੱਚ ਹੀ ਲੱਗਾ ਰਹਿੰਦਾ ਹਾਂ, ਮੇਰੇ ਪਾਸੋਂ ਖੁਸ਼ਬੂਆਂ ਆਉਣ। ਸਾਧੂ ਤਾਂ ਉਹ ਹੁੰਦਾ ਹੈ ਜਿਹੜਾ ਇਹ ਸਾਰਾ ਕੁਝ ਤਿਆਗ ਦੇਵੇ। ਤਾਂ ਸਾਧ ਨੇ ਸਰੀਰ ਤੇ ਸੁਆਹ ਮਲ ਲਈ, ਉਹ ਗੰਦਗੀ ਵਿੱਚ ਰਹਿਣ ਲੱਗ ਪਿਆ। ਜੇ ਮਨੁੱਖ ਆਮ ਸੋਚ ਰਿਹਾ ਸੀ ਮੈਂ ਘਰ ਪਰਿਵਾਰ ਵਿੱਚ ਗ੍ਰਸਿਆ ਜਿਹਾ ਗਿਆ ਹਾਂ ਤੇ ਨਿਰੰਕਾਰ ਤੋਂ ਦੂਰ ਹੋ ਗਿਆ ਹਾਂ, ਉਹ ਹੋਣਗੇ ਨਿਰੰਕਾਰ ਦੇ ਬੰਦੇ ਅਸਲੀ ਜਿਹੜੇ ਇਸ ਮੋਹ ਮਾਇਆ ਪਰਿਵਾਰ ਤੋਂ ਦੂਰ ਹੋ ਗਏ ਹੋਣ। ਤਾਂ ਜਿਹਨੇ ਪੂਜਾ ਕਰਵਾਉਣੀ ਸੀ ਉਹਨੇ ਦੂਜਾ ਕੰਮ ਪਕੜ ਲਿਆ, ਘਰ ਛੱਡ ਕੇ ਦੌੜ ਗਿਆ। ਭਾਵੇਂ ਚੇਲੇ ਬੱਚਿਆਂ ਨਾਲੋਂ ਵਧੇਰੇ ਰੱਖ ਲੈ, ਘਰ ਨਾਲੋਂ ਵੱਡਾ ਡੇਰਾ ਬਣਾ ਲਿਆ। ਕਹਿੰਦੇ ਨੇ ਜੀ ਅਸੀਂ ਗ੍ਰਸਤੀ ਨਹੀਂ, ਸਾਨੂੰ ਕੀ ਲਾਲਚ ਹੈ। ਤੇ ਚੇਲੇ ਕਿਉਂ ਰੱਖੇ ਹੋਏ ਨੇ? ਉਹਨਾਂ ਗ੍ਰਸਤੀ ਦਾ ਮੋਹ ਬੱਚਿਆਂ ਨਾਲ ਨਹੀਂ ਹੁੰਦਾ, ਯਾਦ ਰੱਖਣਾ, ਜਿੰਨਾ ਝੂਠੇ ਸਾਧੂ ਦਾ ਚੇਲਿਆਂ ਨਾਲ ਹੁੰਦਾ ਹੈ। ਤੇ ਇਹ ਚੇਲਿਆਂ ਦੇ ਇਸ਼ਾਰਿਆਂ ਤੇ ਨੱਚਣ ਲੱਗ ਪਏ। ਚੇਲੇ ਸਾਜ ਵਜਾਏਂਦੇ, ਨੱਚਨ ਗੁਰੂ ਬਹੁਤ ਵਿਧ ਭਾਈ, ਸੇਵਕ ਬੈਠਣ ਘਰਾਂ ਵਿੱਚ ਗੋਰ ਉੱਠ ਕਰੀਤ ਨਾਲੇ ਜਾਈ। ਸੇਵਕ ਉਹ ਹੁੰਦਾ ਹੈ ਜਿਹਦੇ ਅੰਦਰ ਸੇਵਾ ਦੀ ਭਾਵਨਾ ਪੈਦਾ ਹੋਵੇ ਆਸ਼ਿਕ ਰੱਬ ਦਾ, ਮਨ ਵਿੱਚ ਹੋਵੇ ਮੈਂ ਮਿਲਣਾ ਚਾਹੁੰਦਾ ਪ੍ਰਭੂ ਨੂੰ, ਕੋਈ ਮਿਲਾਉਣ ਵਾਲਾ ਮਿਲ ਜਾਏ। ਜੋ ਦੀਸੈ ਗੁਰ ਸਿੱਖੜਾ, ਤਿਸ ਨਿਵ ਨਿਵ ਲਾਗੋਂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ। ਤੇ ਉਹ ਚੱਲ ਕੇ ਜਾ ਕੇ ਸੇਵਾ ਕਰੇ, ਤੇ ਸੇਵਾ ਕਰੇ ਆਗਿਆ ਵਿੱਚ ਚੱਲ ਕੇ। ਸੇਵਾ ਦਾ ਮਤਲਬ ਹੀ ਇੱਕ ਹੈ, ਗੁਰੂ ਦੀ ਸੰਤ ਦੀ ਆਗਿਆ ਵਿੱਚ ਚੱਲੇ। ਪੀਏ ਤਾਂ ਪਾਣੀ ਆਣੀ ਮੀਰਾ, ਖਾਹੇ ਤਾਂ ਪੀਸਣ ਜਾਓ। ਜੇ ਤੁਸੀਂ ਜਲ ਛਕਣਾ ਮੈਂ ਲੈ ਕੇ ਆਵਾਂ, ਜੇ ਤੁਸੀਂ ਭੋਜਨ ਛਕਣਾ ਮੈਂ ਆਟਾ ਪੀਸ ਕੇ ਹੱਥੀਂ ਤਿਆਰ ਕਰਕੇ ਲਿਆਵਾਂ। ਰੱਜਿਆਂ ਨੂੰ ਰਜਾਉਣ ਦਾ ਮਤਲਬ ਨਹੀਂ, ਜ਼ਰੂਰਤ ਮੁਤਾਬਕ ਸੇਵਾ ਕਰੇ। ਹੁਣ ਸੇਵਕ ਤਾਂ ਬੈਠੇ ਨੇ ਘਰਾਂ ਵਿੱਚ, ਤੇ ਜਿਹੜੇ ਗੁਰੂ ਬਣੇ ਹੋਏ ਨੇ ਝੂਠੇ, ਇਹ ਸੇਵਕਾਂ ਦੇ ਘਰਾਂ ਵਿੱਚ ਤੁਰੇ ਫਿਰਦੇ ਨੇ। ਜਾਂਦੇ ਇੱਕ ਕੰਮ ਲਈ ਨੇ, ਉਹ ਵੀ ਕੋਈ ਗਿਆਨ ਵੰਡਣ ਨਹੀਂ ਜਾਂਦੇ। ਉਹ ਜਾਂਦੇ ਨੇ ਕਿ ਇਹਨਾਂ ਗ੍ਰਸਤੀਆਂ ਨੇ 4 ਪੈਸੇ ਕਮਾਏ ਨੇ, ਇਹਨਾਂ ਵਿੱਚੋਂ ਕੁਝ ਦਸ਼ਨਾ ਮਿਲ ਜਾਏਗੀ ਤੇ ਮੇਰਾ ਵੀ ਗੁਜ਼ਾਰਾ ਚੱਲਦਾ ਰਹੇਗਾ। ਗੁਰੂ ਸੇਵਕਾਂ ਦੇ ਘਰਾਂ ਵਿੱਚ ਤੁਰੇ ਫਿਰਦੇ ਨੇ ਸੇਵਾ ਕਰਵਾਉਣ ਵਾਸਤੇ। ਸੇਵਾ ਕਰਨ ਵਾਲਾ ਇੱਛਾ ਨਾਲ ਕਰੇ ਗੱਲ ਹੋਰ ਹੈ, ਇਹ ਕਰਵਾਉਣ ਲਈ ਜਾ ਰਹੇ ਹਨ। ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਿਨਾੜੇ ਜਾਈ। ਤੇ ਜਿੱਥੇ ਤੱਕ ਧਰਮ ਦੀ ਦੁਨੀਆ ਤੋਂ ਇਲਾਵਾ ਦੁਨੀਆ ਅੰਦਰ ਬਹੁਤ ਵੱਡਾ ਕੀਮਤੀ ਇੱਕ ਡਿਪਾਰਟਮੈਂਟ ਹੈ, ਮਹਿਕਮਾ ਹੈ, ਇੱਕ ਹਿੱਸਾ ਹੈ, ਉਹ ਹੈ ਨਿਆਂ ਪ੍ਰਣਾਲੀ ਦਾ। ਕਿ ਜੇ ਕਿਧਰੇ ਧੱਕਾ ਹੋ ਰਿਹਾ ਹੈ, ਉਹ ਰਾਜਾ ਕਰੇ, ਕੋਈ ਹਾਕਮ ਕਰੇ, ਕੋਈ ਦੂਜਾ ਬੰਦਾ ਕਰੇ, ਤੇ ਮਨੁੱਖ ਅਦਾਲਤ ਵਿੱਚ ਜਾ ਕੇ ਫਰਿਆਦੀ ਬਣ ਸਕਦਾ ਹੈ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ, ਮੇਰੇ ਨਾਲ ਬੇਇਨਸਾਫੀ ਹੋ ਰਹੀ ਹੈ। ਤੇ ਅਦਾਲਤਾਂ ਗੁਲਾਮ ਨਹੀਂ ਹੋਣੀਆਂ ਚਾਹੀਦੀਆਂ ਹਾਕਮਾਂ ਦੀਆਂ। ਨਾ ਅਦਲ ਕਰਨ ਵਾਲੇ ਲੋਕ ਰਿਸ਼ਵਤਖੋਰ ਹੋਣੇ ਚਾਹੀਦੇ ਨੇ, ਨਾ ਲੋਭੀ ਹੋਣ, ਨਾ ਕਿਸੇ ਦੇ ਡਰ ਵਿੱਚ ਆਉਣ। ਇਹ 2 ਚੀਜ਼ਾਂ ਮਨੁੱਖ ਨੂੰ ਡੁਲਾ ਦਿੰਦੀਆਂ ਨੇ। ਜੇ ਹਾਕਮ ਦਾ ਡਰ ਹੈ ਤਾਂ ਵੀ ਬੇਇਨਸਾਫੀ ਮਨੁੱਖ ਕਰ ਸਕਦਾ ਹੈ, ਨਿਆਂ ਦੀ ਗੱਦੀ ਤੇ ਬੈਠ ਕੇ। ਤੇ ਜੇ ਕੋਈ ਲਾਲਚ ਕਰਦਾ ਹੈ, ਕਿਸੇ ਪਾਸੋਂ ਰਿਸ਼ਵਤ ਲੈ ਕੇ ਵੀ ਬੇਇਨਸਾਫੀ ਕਰ ਸਕਦਾ ਹੈ। ਉਹਨਾਂ ਦਿਨਾਂ ਵਿੱਚ ਮੁਨਸਿਫ ਸਨ, ਜੱਜ ਸਨ, ਕਾਜ਼ੀ ਲੋਕ, ਤੇ ਉਹ ਰਿਸ਼ਵਤਖੋਰ ਹੋ ਗਏ। ਉਹ ਵੀ ਆਪਣਾ ਘਰ ਭਰਨ ਵੱਲ ਲੱਗ ਪਏ, ਇਨਸਾਫ ਨਾਲ ਕੋਈ ਸਨੇਹ ਨਾ ਰਿਹਾ। ਕਾਜ਼ੀ ਹੋਏ ਰਿਸ਼ਵਤੀ, ਤੇ ਕਰਦੇ ਕੀ ਨੇ, ਵੱਡੀ ਲੈ ਕੇ ਹੱਕ ਗਵਾਈ। ਜਿਹੜਾ 4 ਪੈਸੇ ਚੜਾ ਦੇਵੇ, ਜੇਬ ਗਰਮ ਕਰ ਦੇਵੇ, ਉਸ ਦੇ ਹੱਕ ਵਿੱਚ ਫੈਸਲਾ ਸੁਣਾ ਦਿੰਦੇ ਨੇ। ਨਾ ਕਿਧਰੇ ਅਦਾਲਤਾਂ ਵਿੱਚ ਅਦਲ ਰਿਹਾ ਹੈ, ਨਾ ਧਰਮ ਦੇ ਅਸਥਾਨਾਂ ਤੇ ਕਿਧਰੇ ਧਰਮ ਦਿਖਾਈ ਦਿੰਦਾ ਹੈ। ਗੁਰੂ ਪਾਖੰਡੀ ਬਣੇ ਫਿਰਦੇ ਨੇ, ਝੂਠੇ ਸੰਤ ਸੇਵਾ ਕਰਾਉਣ ਲਈ ਘਰ ਘਰ ਗੁਰਾਹੀਆਂ ਲਈ ਤੁਰੇ ਫਿਰਦੇ ਨੇ। ਲੱਖ ਲਿਬਾਸ ਬਣਾਇਆ ਹੋਵੇ, ਗੁਰਬਾਣੀ ਨੇ ਉਸ ਨੂੰ ਸੰਤ ਨਹੀਂ ਮੰਨਿਆ ਜਿਹੜਾ ਮੰਗਦਾ ਫਿਰਦਾ ਹੈ ਜਾਂ ਠੱਗੀਆਂ ਮਾਰਦਾ ਹੈ।
ਕਬੀਰ ਜੀ ਨੂੰ ਪੁੱਛੋ, ਕਹਿੰਦੇ ਨੇ ਗੱਜ ਸਾਢੇ ਤੈ ਤੈ ਧੋਤੀਆਂ, ਤਿਹਰੇ ਪਾਏ ਨ ਤੱਗ, ਗਲੀ ਜਿੰਨਾ ਜਪਮਾਲੀਆਂ, ਲੋਟੇ ਹੱਥ ਨਿਭੱਗ, ਓਏ ਹਰ ਕੇ ਸੰਤ ਨਾ ਆਖੀਐ, ਬਾਨਾਰਸ ਕੇ ਠੱਗ। ਇਹ ਬਨਾਰਸੀ ਠੱਗ ਨੇ, ਤੇ ਮੈਂ ਇਹਨਾਂ ਨਾਲ ਕਿਵੇਂ ਵਰਤਦਾ ਹਾਂ? ਕਬੀਰ ਜੀ ਨੇ ਆਖਿਆ, ਐਸੇ ਸੰਤ ਨਾ ਮੋਹ ਕੋ ਭਾਵੇ, ਮੈਨੂੰ ਬਿਲਕੁਲ ਚੰਗੇ ਨਹੀਂ ਲੱਗਦੇ। ਐਸੇ ਸੰਤ ਨਾ ਮੋਹ ਕੋ ਭਾਵੇ, ਢਾਲਨ ਸਿਓ ਪੇਡਾ ਗਟਕਾਵੇ। ਟਹਿਣੀ ਇਹਨਾਂ ਦੇ ਹੱਥ ਆ ਜਾਏ, ਸਾਰਾ ਦਰਖਤ ਹੀ ਖਾ ਜਾਂਦੇ ਨੇ। ਪਰਿਵਾਰ ਦਾ ਇੱਕ ਜੀ ਇਹਨਾਂ ਦਾ ਚੇਲਾ ਬਣ ਗਿਆ, ਇਹਨਾਂ ਦਾ ਗੁਲਾਮ ਮਨ ਉਸਦਾ ਹੋ ਗਿਆ, ਫਿਰ ਟੱਬਰ ਦੇ ਟੱਬਰ ਹੀ ਪਿੱਛੇ ਤੋਰ ਲੈਂਦੇ ਨੇ। ਤੇ ਹੈਨ ਇਹ ਲੁਟੇਰੇ। ਜਿੱਥੇ ਧਰਮ ਦੇ ਅਸਥਾਨ ਤੇ ਧਰਮ ਨਹੀਂ, ਉੱਥੇ ਕਲਯੁਗ ਵਰਤ ਗਿਆ ਹੈ। ਜਿੱਥੇ ਰਾਜੇ ਪਾਪੀ ਹੋ ਗਏ ਨੇ, ਪ੍ਰਜਾ ਤੇ ਕਹਿਰ ਢਾਉਂਦੇ ਹਨ, ਉੱਥੇ ਕਲਯੁਗ ਵਰਤ ਗਿਆ ਹੈ। ਜਿੱਥੇ ਪ੍ਰਜਾ ਅੰਦਰ ਕੋਈ ਗਿਆਨ ਨਹੀਂ, ਕੋਈ ਸੱਚ ਨਹੀਂ, ਕੇਵਲ ਕੂੜ ਵਿੱਚ ਹੀ ਲੱਗੇ ਹੋਏ ਨੇ, ਉਹ ਕਲਯੁਗ ਹੀ ਹੈ। ਇਨਸਾਫ ਕਰਨ ਵਾਲਾ ਇਨਸਾਫ ਨਹੀਂ ਕਰ ਰਿਹਾ, ਤੇ ਆਮ ਜਨਤਾ ਇਸਤਰੀ ਪੁਰਖ ਹੈ, ਦਾਮ ਹਿਤ ਭਾਵੇਂ ਆਏ ਕਿਥਾਉ ਜਾਈ। ਨਾ ਇਸਤਰੀ ਪੱਲੇ ਧਰਮ, ਨਾ ਪੁਰਸ਼ ਦੇ ਪੱਲੇ ਧਰਮ, ਕੇਵਲ ਸਨੇਹ ਹੈ ਤਾਂ ਮਾਇਆ ਨਾਲ, ਭਾਵੇਂ ਕਿਤੋਂ ਲੈ ਕੇ ਆਓ। ਇਖਲਾਕ ਗਵਾਚ ਜਾਂਦਾ ਹੈ ਬੰਦੇ ਦਾ, ਜਿਸ ਵੇਲੇ ਕੇਵਲ ਮਾਇਆ ਦਾ ਗੁਲਾਮ ਹੋ ਜਾਵੇ। ਉਹ ਕੀ ਪਰਿਵਾਰ ਹੋਇਆ ਜਿਹਦੇ ਵਿੱਚ ਪਿਆਰ ਨਾ ਹੋਵੇ? ਪਿਆਰ ਤੋਂ ਵਿਹੂਣਾ ਪਰਿਵਾਰ ਅਖਵਾਉਣ ਦਾ ਹੱਕ ਨਹੀਂ ਰੱਖਦਾ, ਉਹ ਤਾਂ ਨਰਕ ਹੈ। ਵਰਤਿਆ ਪਾਪ ਸਭਸ ਜਗ ਮਾਹੀ, ਸਾਰੇ ਜਗ ਅੰਦਰ ਪਾਪ ਹੀ ਪਸਰਿਆ ਹੋਇਆ ਹੈ। ਸਿੱਧਾਂ ਨੂੰ ਵੀ ਬਾਬਾ ਜੀ ਨੇ ਇਹ ਦੱਸਿਆ, ਭਾਈ ਗੁਰਦਾਸ ਜੀ ਨੇ ਇਸ ਦਾ ਵੀ ਜ਼ਿਕਰ ਕੀਤਾ, ਤੇ ਪਹਿਲਾਂ ਆਪਾਂ ਪੌੜੀ ਵਿਚਾਰੀ ਹੈ, ਉਸ ਵਿੱਚ ਵੀ ਦੱਸਿਆ ਕਿ ਧਰਮ ਦਾ ਧੌਲ ਪੁਕਾਰਾਂ ਕਰ ਰਿਹਾ ਸੀ। ਇਹ ਸੀ ਹਾਲਤ ਸੰਸਾਰ ਦੀ। ਪੁਕਾਰ ਆਖਰ ਸੁਣੀ ਗਈ। ਕਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਇਹ ਆਪਾਂ ਅਗਲੇ ਐਪੀਸੋਡ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਤੇ ਖਿਆਲ ਰੱਖਣਾ, ਜਿੱਥੇ ਵੀ ਕੋਈ ਪਾਖੰਡ ਹੈ ਉਸਨੂੰ ਪਾਖੰਡ ਕਹੋ। ਜਿੱਥੇ ਹਾਕਮ ਜਰਵਾਣੇ ਜ਼ੁਲਮ ਕਮਾਉਂਦੇ ਨੇ, ਉਹਨਾਂ ਦੇ ਖਿਲਾਫ ਜੇ ਬਾਬੇ ਨਾਨਕ ਨੇ ਆਵਾਜ਼ ਉਠਾਈ ਸੀ, ਤਾਂ ਬਾਬਾ ਨਾਨਕ ਜੀ ਦੀ ਮੱਤ ਤੇ ਚੱਲਦਿਆਂ ਸਾਡਾ ਵੀ ਫਰਜ਼ ਬਣਦਾ ਹੈ। ਪਰਿਵਾਰਾਂ ਵਿੱਚ ਪਿਆਰ ਬਣਾ ਕੇ ਰੱਖੋ। ਗਿਆਨ ਜਿੰਨਾ ਹਾਸਲ ਹੋ ਸਕੇ ਓਨਾ ਹੀ ਥੋੜਾ ਹੈ, ਇਸ ਪਾਸੇ ਧਿਆਨ ਦਿਓ। ਇਹ ਸਾਡੇ ਲਈ ਸਿੱਖਿਆ ਹੈ। ਅਖੀਰ ਵਿੱਚ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਆਪ ਸਾਰੇ ਪਿਆਰ ਨਾਲ ਜਿੱਥੇ ਸ਼ਰਵਣ ਕਰਦੇ ਹੋ ਇਹਨਾਂ ਵਿਚਾਰਾਂ ਨੂੰ, ਉੱਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ, ਸ਼ੇਅਰ ਵੀ ਕਰੋ। ਇਹ ਵਿਚਾਰ ਦੂਜਿਆਂ ਤੱਕ ਵੀ ਪਹੁੰਚਣ, ਦੂਜਿਆਂ ਨੂੰ ਵੀ ਪ੍ਰੇਰਨਾ ਕਰੋ ਸਬਸਕ੍ਰਾਈਬ ਕਰਨ। ਆਪਣੇ ਕਮੈਂਟਸ ਦੇਣੇ ਚਾਹੋ ਤਾਂ ਸਵਾਗਤ ਹੈ। ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ, ਕੋਈ ਚੰਗੀ ਮੱਤ ਕਿਸੇ ਪਾਸਿਓਂ ਵੀ ਮਿਲੇ ਉਹ ਹਾਸਲ ਕਰ ਲੈਣੀ ਚਾਹੀਦੀ ਹੈ। ਤੇ ਜਿੱਥੇ ਸਬਸਕ੍ਰਾਈਬ ਕਰਨਾ ਹੈ, ਉੱਥੇ ਸ਼ੇਅਰ ਕਰਨਾ ਹੈ, ਨਾਲ ਕਮੈਂਟਸ ਨੇ। ਜੇ ਤੁਸੀਂ ਇਹ ਗੁਰੂ ਕੀਆਂ ਸਾਖੀਆਂ ਵਿਚਾਰਾਂ ਲਾਈਕ ਕਰਦੇ ਹੋ ਤਾਂ ਫਿਰ ਲਾਈਕ ਵੀ ਟਿਕ ਕਰ ਦੇਣਾ। ਇਹਨਾਂ ਵਿਚਾਰਾਂ ਦੇ ਨਾਲ ਹੀ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ